हाँ जी, ਹੈਲੋ ਸਟੂਡੈਂਟਸ, ਆਪਾਂ ਆ ਗਏ ਜੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਕੋਲ। ਠੀਕ ਹੈ, ਵੀਡੀਓ ਕਾਦੀ ਹੈਗੀ ਹੈ ਜੀ? ਸੈਂਪਲ ਪੇਪਰ ਦੀ ਹੈਗੀ ਹੈ। ਸੈਂਪਲ ਪੇਪਰ ਕਾਦਾ ਹੈ ਜੀ? 8ਵੀਂ ਦਾ। ਠੀਕ ਹੈ, ਕਾਦਾ ਪੇਪਰ ਹੈ ਇਹ? ਸਾਇੰਸ ਦਾ। ਭਾਗ ਇਹਦਾ ਆਪਾਂ ਕਰਨ ਜਾ ਰਹੇ ਹਾਂ 2। ਜੇ ਤੁਸੀਂ 2 ਭਾਗ ਤੇ ਜੁਆਇਨ ਹੋਏ ਹੋ ਤਾਂ ਪਹਿਲਾ ਭਾਗ ਪਲੇਲਿਸਟ ਚੋਂ ਚੈੱਕ ਕਰ ਲਓ। ਸੋ ਪਲੇਲਿਸਟ ਜ਼ਰੂਰ ਚੈੱਕ ਕਰ ਲਿਆ ਕਰੋ। ठीक है, कादे ਲਈ ਵੀ ਤੁਸੀਂ ਐਸਐਸ ਦੀ ਵੀ ਚੈੱਕ ਕਰ ਲਿਆ ਕਰੋ, ਮੈਥ ਦੀ ਵੀ ਚੈੱਕ ਕਰ ਲਿਆ ਕਰੋ, ਸਾਇੰਸ ਦੀ। ਕੁਛ ਨਾ ਕੁਛ ਤੁਹਾਨੂੰ ਰੋਜ਼ ਨਵਾਂ ਲੱਭੇਗਾ ਔਰ ਤੁਹਾਨੂੰ ਪੇਪਰਾਂ 'ਚੋਂ ਫੁੱਲ ਮਾਰਕਸ ਦਿਵਾਉਣ ਲਈ ਉਹ ਕਾਫੀ ਚੀਜ਼ਾਂ ਕੰਮ ਆਉਣਗੀਆਂ। ਠੀਕ ਹੈ ਜੀ। ਸੋ ਜਿਹੜਾ ਹੈਗਾ ਪਹਿਲੇ ਨੰਬਰ ਤੇ ਕੀ ਹੈ? ਐਸਿਡ ਰੇਨ ਕੰਟੇਨ। ਠੀਕ ਹੈ, ਐਸਿਡ ਰੇਨ, ਇਹਨੂੰ ਤੇਜ਼ਾਬੀ ਵਰਖਾ ਕਹਿੰਦੇ ਆ ਪੰਜਾਬੀ 'ਚ। ਤੇਜ਼ਾਬੀ ਵਰਖਾ। ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਜੀ ਬਈ ਮੈਂ ਕੋਸ਼ਿਸ਼ ਕਰਦਾ ਵਾਂ ਵੀ ਜਿਹੜੀ ਟਰਾਂਸਲੇਸ਼ਨ ਹੈ ਉਹਦੀ ਕੀਤੀ ਜਾ ਸਕੇ, ਕਿਉਂਕਿ ਪੰਜਾਬੀ 'ਚ ਅਵੇਲੇਬਲ ਨਹੀਂ ਹੈਗਾ ਤੁਹਾਡੇ ਕੋਲ, ਤਾਂ ਜੋ ਤੁਹਾਨੂੰ ਪਤਾ ਲੱਗ ਜਾਏ ਕਿ ਕਿਉਂਕਿ ਇਹ ਪੇਪਰ 'ਚ ਬਹੁਤ ਇੰਪੋਰਟੈਂਟ ਕੁਐਸਚਨਸ ਹੋਣਗੇ। ਐਸਿਡ ਰੇਨ ਤੇਜ਼ਾਬੀ ਵਰਖਾ ਹੁੰਦੀ ਹੈ। ਤੇਜ਼ਾਬੀ ਵਰਖਾ ਕਾਦੇ ਕਰਕੇ ਹੁੰਦੀ ਹੈ? ਨਾਈਟ੍ਰੋਜਨ ਦੇ ਆਕਸਾਈਡ ਤੇ ਸਲਫਰ ਦੇ ਆਕਸਾਈਡ ਹੁੰਦੇ ਆ, ਸਲਫਰ ਡਾਈਆਕਸਾਈਡ ਕਹਿ ਲਓ ਚਾਹੇ। ਠੀਕ ਹੈ, ਤਾਂ ਇਹ ਵਾਲੀ ਜਿਹੜੀ ਗੈਸ ਹੈ ਇਹਦੇ ਕਰਕੇ ਹੁੰਦੀ ਹੈ। ਤੇ ਨਾ ਯਾਦ ਰੱਖਣਾ, ਨਾਈਟ੍ਰੋਜਨ ਆਕਸਾਈਡ, ਸਲਫਰ ਡਾਈਆਕਸਾਈਡ। ਠੀਕ ਹੈ, ਹੋ ਗਿਆ। ਕੈਲੋਰੀਫਿਕ ਵੈਲਿਊ ਕਿਹਦੇ ਯੂਨਿਟਸ ਐਕਸਪ੍ਰੈਸ ਹੁੰਦੀ ਹੈ? ਸੋ ਯਾਦ ਰੱਖਣਾ, ਕਿਲੋ ਜਾਊਲ ਪਰ ਕਿਲੋਗ੍ਰਾਮ। तो पंजाबी विच भी किलो जूल पर किलोग्राम ही लिखा होगा। सो एड्डी लंबी चौड़ी गलबात नहीं हैगी तुहाडे कोल। ठीक है जी। सो ये कोई पंजाबी च नाइट्रोजन ऑक्साइड ते सल्फर डाइऑक्साइड ही लिखा होगा। तो ठीक है, तो विच जोन ऑफ फ्लेम। ठीक है, गोल्ड स्मिथ यूज टू मेल्टिंग द गोल्ड एंड सिल्वर। विच जोन ऑफ फ्लेम है ना, लाट का भाग कहते फ्लेम नूं। लाट का भाग, लाट का किहड़ा भाग सुनियारा वरतदा है? सो सुनियारा बाहरला भाग वरतदा जी। ब्लू वाला पार्ट ਉਹਦਾ ਸਭ ਤੋਂ ਜ਼ਿਆਦਾ ਜਿਹੜਾ ਟੈਂਪਰੇਚਰ ਹੁੰਦਾ। ਤਾਂ ਕੁਐਸਚਨ ਕੀ ਬਣਿਆ ਪੰਜਾਬੀ 'ਚ? ਸੁਨਿਆਰਾ। ਠੀਕ ਹੈ, ਗਹਿਣੇ ਬਣਾਉਣ ਲਈ ਸੋਨੇ ਅਤੇ ਚਾਂਦੀ ਦੇ ਲਾਟ ਦਾ ਕਿਹੜਾ ਭਾਗ ਵਰਤਦਾ ਹੈ? ਸੋ ਲੈਟ ਦਾ ਜਿਹੜਾ ਹੈਗਾ ਜੀ ਉਹ ਬਾਹਰੀ ਭਾਗ ਵਰਤਦਾ। ਬਾਹਰੀ ਭਾਗ ਨੂੰ ਆਪਾਂ ਆਊਟਰ ਜ਼ੋਨ ਕਹਿੰਦੇ ਆ, ਬਾਹਰੀ ਭਾਗ। ਬਾਹਰੀ ਭਾਗ। ठीक है जी। सो डिफोरेस्टेशन की है? डिफोरेस्टेशन मैंने ਤੁਹਾਡੇ ਕੋਲ ਬਈ ਤੁਹਾਡਾ ਜਿਹੜਾ ਬਨਸਪਤੀ ਹੈ, ਪੌਦੇ ਆ, ਉਹਨਾਂ ਨੂੰ ਨਸ਼ਟ ਹੋਣਾ। ਠੀਕ ਹੈ, ਕਹਿੰਦਾ डिफोरेस्टेशन लीड्स टू। ठीक है, ਮਾਰੂਥਲੀਕਰਨ ਲਿਖਿਆ ਹੋਊਗਾ ਬੁੱਕ ਦੇ ਵਿੱਚ ਤੁਹਾਡੇ ਕੋਲ। ਠੀਕ ਹੈ ਜੀ, ਤਾਂ ਵੀ ਠੀਕ ਹੈ ਤੁਹਾਡੇ ਕੋਲ ਬਈ ਇਹ डिफोरेस्टेशन मतलब ਜਿਹੜਾ ਤੁਹਾਡਾ ਰੁੱਖਾਂ ਨੂੰ ਕੱਟਣਾ ਹੈ, ਸਮਝ ਲਓ। ਸੋ ਰੁੱਖਾਂ ਨੂੰ ਕੱਟਣਾ। ਠੀਕ ਹੈ, ਜਾਂ ਰੁੱਖਾਂ ਨੂੰ ਖਤਮ ਕਰਨਾ। ਠੀਕ ਹੈ, ਤਾਂ ਇਹਦੇ ਨਾਲ ਕੀ ਹੁੰਦਾ? ਇਨਕਰੀਜ਼ ਇਨ ਟੈਂਪਰੇਚਰ, ਤਾਪਮਾਨ ਦਾ ਵਾਧਾ ਹੈ ਨਾ। ਇਹ ਠੀਕ ਹੈ, ਤਾਪਮਾਨ ਦਾ ਵਾਧਾ ਹੁੰਦਾ ਤੁਹਾਡੇ ਕੋਲ, ਤਾਪਮਾਨ ਦਾ ਵਾਧਾ। ਇੰਬੈਲੈਂਸ ਇਨ O2। O2 ਇਹ ਐਵੇਂ ਹੈ ਜੀ, O2 ਮੈਨੇ ਆਕਸੀਜਨ ਹੈ, CO2 ਮੈਨੇ ਕਾਰਬਨ ਡਾਈਆਕਸਾਈਡ ਹੈ। ਇਹਨਾਂ 'ਚ ਇੰਬੈਲੈਂਸ, ਜਦੋਂ ਤੁਸੀਂ ਪੇੜ ਕੱਟੋਗੇ ਤਾਂ ਆਕਸੀਜਨ ਤਾਂ ਘਟੂਗੀ ਨਾ, ਤੇ ਰੇਨਫਾਲ ਵੀ ਘਟੂਗੀ। ਇਹ ਸਾਰੇ ਡਿਕਰੀਜ਼ ਇਨ ਰੇਨਫਾਲ, ਮੀਂਹ ਦੀ ਕਮੀ ਹੈ ਨਾ, ਵਰਖਾ ਦੀ ਕਮੀ। ਸੋ ਸਾਰੀਆਂ ਚੀਜ਼ਾਂ ਹੀ ਹੁੰਦੀਆਂ ਨੇ ਜੇ ਤੁਸੀਂ ਉਹ ਜੰਗਲਾਂ ਨੂੰ ਕੱਟੋਗੇ। ਸੋ डिफोरेस्टेशन ਰੁੱਖਾਂ ਨੂੰ ਕੱਟਣਾ, ਜੰਗਲਾਂ ਨੂੰ ਕੱਟਣਾ। ਠੀਕ ਹੈ, ਤੁਸੀਂ ਰੁੱਖਾਂ ਦੀ ਬਜਾਏ ਤੁਸੀਂ ਜੰਗਲਾਂ ਨੂੰ ਕੱਟਣਾ ਕਹਿ ਲੋਗੇ ਤਾਂ ਸੇਮ ਚੀਜ਼ ਹੈ। ਸੋ ਜੰਗਲਾਂ ਨੂੰ ਕੱਟਣਾ। ਠੀਕ ਹੈ, ਤਾਂ ਇਹ ਵਾਲੀ ਚੀਜ਼ ਹੋ ਗਈ। ਠੀਕ ਹੈ ਜੀ। ਸੋ ਇਹ ਆਪਾਂ ਖਿਆਲ ਰੱਖਣਾ ਜੀ। ਤੁਹਾਡੇ ਕੋਲ ਜਿਹੜਾ ਜੰਗਲਾਂ ਨੂੰ ਕੱਟੋਗੇ ਤਾਂ ਕੀ ਹੋਏਗਾ? ਤਾਪਮਾਨ ਦਾ ਵਾਧਾ ਹੋਏਗਾ, ਕਾਰਬਨ ਡਾਈਆਕਸਾਈਡ ਤੇ ਉਹਦੇ ਵਿੱਚ ਇੰਬੈਲੈਂਸ ਹੋ ਜਾਏਗਾ। ਇੰਬੈਲੈਂਸ ਮੈਨੇ ਉਹ ਨਹੀਂ ਬੈਲੈਂਸ ਕਰ ਪਾਉਣਗੀਆਂ। ਠੀਕ ਹੈ, ਤੇ ਇਨਕਰੀਜ਼ ਅਮਾਊਂਟ ਆਫ ਕਾਰਬਨ ਡਾਈਆਕਸਾਈਡ। ਜਦੋਂ ਕਾਰਬਨ ਡਾਈਆਕਸਾਈਡ ਵੱਧਦੀ ਹੈ ਤਾਂ ਕੀ ਹੁੰਦਾ? ਮਤਲਬ ਕਾਰਬਨ ਡਾਈਆਕਸਾਈਡ ਦਾ ਵਾਧਾ, ਕਾਰਬਨ ਡਾਈਆਕਸਾਈਡ ਦਾ ਵਾਧਾ। ਕਾਰਬਨ ਡਾਈਆਕਸਾਈਡ ਦਾ ਵਾਧਾ ਕੀ ਕਹਿੰਦਾ ਤੁਹਾਡੇ ਕੋਲ? ਠੀਕ ਹੈ, ਗਲੋਬਲ ਵਾਰਮਿੰਗ ਹੁੰਦੀ ਹੈ ਜੀ ਇਹਦੇ ਨਾਲ। ਤੁਹਾਡੇ ਪਾਸ ਤੁਹਾਨੂੰ ਇਹ ਤਾਂ ਆਪਾਂ ਅਸੈਂਬਲੀ 'ਚ ਵੀ ਕੁਐਸਚਨ ਬਾਰ-ਬਾਰ ਕਰਦੇ ਹਾਂ ਵੀ ਜਿਹੜਾ ਹੈਗਾ ਗਲੋਬਲ ਵਾਰਮਿੰਗ ਜਿਹੜਾ ਹੈਗਾ ਤੁਹਾਡੇ ਕੋਲ। ਠੀਕ ਹੋ ਗਿਆ ਜੀ। ਤੋ ਜਿਹੜਾ ਹੈਗਾ ਇਹ ਤਾਂ ਹੁਣ ਉਸ ਤੋਂ ਅਗਲਾ ਆ ਗਿਆ, ਜੇ ਟੌਪ ਲੇਅਰ ਸੋਇਲ ਦੀ। ਠੀਕ ਹੈ, ਉਹ ਮਿੱਟੀ ਦੀ ਉੱਪਰਲੀ ਸਤ੍ਹਾ, ਰਿਮੂਵਲ ਆਫ, ਜੇ ਹਟ ਜਾਵੇ ਮਿੱਟੀ ਦੀ ਉੱਪਰਲੀ ਸਤ੍ਹਾ। ਮਿੱਟੀ ਦੀ ਉੱਪਰਲੀ ਸਤ੍ਹਾ ਦਾ ਉੱਡਣਾ ਕੀ ਹੁੰਦਾ? ਡਿਜ਼ਰਟੀਫਿਕੇਸ਼ਨ ਹੁੰਦਾ ਤੁਹਾਡੇ ਕੋਲ। ਠੀਕ ਹੈ, ਮਿੱਟੀ ਦੀ ਉੱਪਰਲੀ ਸਤ੍ਹਾ ਦਾ ਨਸ਼ਟ ਹੋਣਾ, ਸਤ੍ਹਾ ਦਾ ਨਸ਼ਟ ਹੋਣਾ। ਠੀਕ ਹੈ, ਸੋ ਇਹਨੂੰ ਡਿਜ਼ਰਟੀਫਿਕੇਸ਼ਨ ਕਹਿੰਦੇ ਆ। ਦਾ ਸੈੱਲ, ਉਹ ਸੈੱਲ ਜਿਹਦੇ ਵਿੱਚ ਨਿਊਕਲੀਅਰ ਮੈਂਬਰੇਨ ਨਹੀਂ ਹੁੰਦੀ। ਠੀਕ ਹੈ, ਪ੍ਰੋਕੈਰੀਓਟਿਕ ਸੈੱਲਸ ਹੁੰਦੇ ਨੇ ਤੁਹਾਡੇ ਕੋਲ। ਸੋ ਇਹ ਮੇਰੇ ਖਿਆਲ ਪੰਜਾਬੀ 'ਚ ਵੀ ਪ੍ਰੋਕੈਰੀਓਟਿਕ ਹੀ ਲਿਖਿਆ ਹੋਇਆ, ਜਿਸ ਵਿੱਚ ਨਿਊਕਲੀਅਰ ਮੈਂਬਰੇਨ ਨਹੀਂ ਹੁੰਦੀ। ਠੀਕ ਹੈ ਜੀ, ਸੋ ਪ੍ਰੋਕੈਰੀਓਟਿਕ ਸੈੱਲ ਦਾ ਯਾਦ ਰੱਖ ਲੈਣਾ।
उस तो बाद आगे अगले क्वेश्चन ते जीन्स आर लोकेटेड, ठीक है। तो मेरे ख्याल पंजाबी च भी जीन ही है, क्रोमोसोम्स दे विच जीन हुंदे ने ते इहदे विच थोड़े अनुवंशिक गुणां दा थोड़े जिहड़े हैगे ओह गुणां दी ट्रांसफर हुंदी है, मतलब थोड़े जिहड़े पिछले पूर्वजां तो थोड़े माँ प्यो के गुण होंगे वो ट्रांसफर होंगे ने, सो जीन क्रोमोसोम्स प्रेजेंट होंगे। अदर नेम ऑफ सैल मैंब्रेन का दूजा ना की है, इनू प्लाज्मा मैंब्रेन कहते हैं जी, प्लाज्मा मैंब्रेन। सो एवें याद करना, पंजाबी च भी प्लाज्मा मैंब्रेन ही होएगा, ठीक है। द एनीमल दैट प्रोड्यूस न्यू यंग वन, ठीक है। वो एनीमल जेड़े जेड़े मतलब बच्चे देने वाले जंतु होंगे ने, ठीक है, उन्होंने विविपारस कहते हैं, तुहाडे पास इनू कहते बच्चे देने वाले जंतु, ठीक है जी। सो ये लिए पंजाबी टर्म स्पैसीफिकली नहीं मैनू पता, ठीक है। तो कहता जी तुहाडे पास अगला जिहड़ा हैगा ये तुहाडे कोल, ठीक है। तो जिहड़ा हैगा कहता इन ह्यूमन डिवेलपमेंट ऑफ फर्टिलाइज एग, ठीक है। भी जिहड़ा फर्टिलाइज्ड एग हैगा तुहाडे पास, ठीक है, अंडे का विकास कित्थे हुंदा हैगा तुहाडे कोल, ठीक है जी। सो जिहड़ा हैगा तुहाडे कोल ਇਹਦਾ ਜਿਹੜਾ ਆਨਸਰ ਹੈਗਾ ਤੁਹਾਡੇ ਕੋਲ, ਇਹਦਾ ਥੋੜਾ ਜਿਹਾ ਇਹਦਾ ਰੋਲਾ ਹੈਗਾ। ਸਟਾਰਟਿੰਗ ਸਟੇਜ ਵਿੱਚ ਇਹਦਾ ਹੁੰਦਾ ਤੁਹਾਡੇ ਕੋਲ ਓਵੀਡਕਟ ਹੁੰਦਾ ਹੈਗਾ ਤੁਹਾਡੇ ਪਾਸ, ਤੇ ਲੇਟਰ ਸਟੇਜ ਜਿਹੜੀ ਹੈਗੀ ਉਹ ਯੂਟਰਸ ਹੈਗੀ ਹੈ ਤੁਹਾਡੇ ਕੋਲ, ਠੀਕ ਹੈ ਜੀ। तो ਜਿਹੜਾ ਹੈਗਾ ਤੁਹਾਡੇ ਪਾਸ ਇਹੀ ਆਨਸਰ ਹੋਣਾ ਚਾਹੀਦਾ ਹੈਗਾ, ਠੀਕ ਹੈ। बट ये तुसी अपने टीचर ने पूछ लेना, जे उन्होंने आ लवाया है तो तुसी ला लेना तुहाडे कोल, ठीक है। इन्हें डिवेलपमेंट कही है, इनीशियल डिवेलपमेंट ओविडक्ट च हुंदी है, तो बाकी जिहड़ा हैगा वो यूट्रस च हुंदी है तुहाडे कोल, ठीक है। सो ये तुसी जिहड़ा हैगा मतलब मैं इहनूं आ ला रहा वां तुहाडे कोल, ठीक है। दैन इहदे विच अगर किसी नूं आ लगवाया गया तो दैन देख लेना तुसी, मतलब कंसल्ट कर लेना टीचर नूं अपने। इन विच ऑफ द फॉलोइंग एक्सटर्नल फर्टिलाइजेशन, ठीक है जी। तो बाहरी निषेचन कहते हैं जी एक्सटर्नल फर्टिलाइजेशन, बाहरी निषेचन। तो बाहरी निषेचन किस विच हुंदा है, ठीक है जी। सो बाहरी निषेचन जिहड़ा हैगा तुहाडे पास वो फ्रॉग विच हुंदा हैगा जी, ठीक है। इन्हां सारियां विच मतलब इन्हां सारे ह्यूमन बीइंग काओ हैन, इन्हां दा सारियां दा बेबीज मादा के अंदर बनते हैं, तो फ्रॉग की फर्टिलाइजेशन बाहर होंगी है, तो इसका आंसर फ्रॉग आएगा, ठीक है जी। बाहरी निषेचन जिहड़ा है द प्रेशर विच इज़ एग्जर्टेड बाय एयर, जिहड़ा साडे ते जिहड़ा बाहरों प्रैशर पैंदा हैगा, जिहड़ी हवा साडे ते दबाव पाती है, हवा का साडे उत्ते दबाव हैगा है, ਉਹਨੂੰ ਆਪਾਂ ਜਿਹੜਾ ਹੈਗਾ ਕੀ ਕਹਿੰਦੇ ਆ, तो वायुमंडली दबाव कहने एटमोसफेरिक प्रैशर, इनू असी वायुमंडली दबाव कहने, ठीक है जी। सो इन्ना क आपां कर लीए जी तुहाडे कोल जिहड़ा हैगा है तुहाडे कोल, ठीक है। सो ये सारे क्वेश्चन एक बार दोबारा देख। एसिड रेन तेजाबी वर्खा होगी, कारण नाइट्रोजन ऑक्साइड ते सल्फर डाइऑक्साइड किलो जाउल पर किलोग्राम, ये भी कोई चक्कर नहीं गा। ਇਹਦਾ आउटर जोन ਹੁੰਦਾ ਬਾਹਰੀ ਭਾਗ ਹੁੰਦਾ, ठीक है। जंगलों ਨੂੰ ਜਾਂ ਰੁੱਖਾਂ ਨੂੰ ਕੱਟਣਾ डिफोरेस्टेशन कहते हैं। पता पर रुखा कटना ਤਾਂ कह दें क्योंकि ਜਿਹੜੇ सड़कों के किनारे ਤੇ रुख होंगे वो भी जंगलों की कैटेगरी 'ਚ आते हैं। रुख ਨੂੰ कटोगे तो जंगल ही कट रहा। सड़कों के किनारे सरकारी रुख भी जंगलात महकमे के होंगे, ख्याल रखना। थोड़े आसे पासे सरकारी रुख लगे हो तो उहदे नंबर भी लगे होंगे ने, ठीक है। तो कार्बन डाइऑक्साइड अगर एटमोसफेयर च वध रही है तो उन्होंने ग्लोबल वार्मिंग कहते हैं। अगर उपरली मिट्टी की लेयर उड़ जाए, चाहे हवा ना, चाहे पानी ना, चाहे ह्यूमन एक्टिविटी ना, तो डिजर्टिफिकेशन कहते हैं मारूथलीकरण, है ना। ये शायद इदा दी मारूथलीकरण, ठीक है। तो उस तो बाद जिहदे विच न्यूक्लियर मैंब्रेन नहीं हुंदी हैगी उन्होंने प्रोकैरियोटिक सैल्स कहते हैं, ठीक है जी। फिर उस तो बाद जिहड़ा हैगा तुहाडा बड़े सौखे जे क्वेश्चन सी ये तो आप अगे आ गए तुहाडे कोल पिछले लैक्चर से। सो जीन्स क्रोमोसोम्स हुंदे ने, सैल मैंब्रेन होगी, बच्चे देने वाले जंतु विविपारस हुंदे ने तुहाडे कोल। ये जरूर एक डाउटफुल क्वेश्चन हैगा। द इन ह्यूमन डिवेलपमेंट ऑफ, ठीक है, ओविडक्ट च हुंदी है, ठीक है। ये ऑप्शन बी ज़्यादा बैटर ऑप्शन है, सो बी ज़्यादा बैटर, ठीक है। बाकी चेक कर लेना जे तुम इस कोई अपने टीचर को कंसल्ट कर लेना। बाकी सारा हो गया जी। 66 नंबर क्वेश्चन अगले लैक्चर के आप करते हैं जी तुहाडे कोल, ठीक है जी। सो जे इत्थे तक पहुँच गए, ठीक है, तो लाइक भी कर देना, तो सब्सक्राइब भी कर देना। बाकी छोटा जिहा रह गया, नैक्सट लैक्चर देखते हैं, ठीक है जी। थैंक यू।